ਦੋਸਤੋ ਅੱਜ ਇੱਕ ਖਾਸ ਗੱਲਬਾਤ ਕਰਨ ਦੇ ਲਈ ਅਸੀਂ ਪ੍ਰਸਿੱਧ ਵਕੀਲ ਬ੍ਰਿਜਮੋਹਨ ਹੋਣਾ ਦੇ ਕੋਲ ਪਹੁੰਚੇ ਹਾਂ। ਮਾਮਲਾ ਕਿਰਾਏਦਾਰ ਤੇ ਮਾਲਕ ਮਕਾਨ ਦਾ ਆ, ਲੈਂਡਲੌਰਡ ਤੇ ਟੈਨੈਂਟ। ਕੀ ਇਹਨਾਂ ਦੇ ਆਪਣੇ ਆਪਣੇ ਫਰਜ਼ ਹੁੰਦੇ ਆ, ਕੀ ਅਧਿਕਾਰ ਹੁੰਦੇ ਆ? ਮਾਲਕ ਮਕਾਨ ਜਿਹਨੇ ਆਪਣੀ ਬੇਸਮੈਂਟ ਜਾਂ ਕਮਰਾ ਰੈਂਟ ਤੇ ਦਿੱਤਾ ਉਹ ਕਦੇ ਵੀ ਕੱਢ ਸਕਦਾ ਟੈਨੈਂਟ ਨੂੰ, ਜਾਂ ਕਈ ਵਾਰੀ ਦਿੱਕਤ ਇਹ ਆਉਂਦੀ ਆ ਕਿ ਉਹ ਕੱਢਣਾ ਚਾਹੁੰਦਾ ਪਰ ਉਹ ਜਾਣ ਲਈ ਤਿਆਰ ਨਹੀਂ ਹੈ, ਰੌਲਾ ਪੈ ਜਾਂਦਾ। ਕਈ ਵਾਰੀ ਇਸ ਤਰ੍ਹਾਂ ਦੇ ਕਿੰਨੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਆ ਜਿਹਦੇ ਵਿੱਚ ਕੋਈ ਇੱਕ ਧਿਰ ਆਪਣੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੀ। ਇਹਨਾਂ ਦੋਵਾਂ ਦੇ ਵਿੱਚ ਅਧਿਕਾਰ ਕੀ ਆ, ਕੀ ਕੀਤਾ ਜਾ ਸਕਦਾ? ਕੀ ਮਰਜ਼ੀ ਨਾਲ ਕਿਰਾਇਆ ਵਧਾਇਆ ਜਾ ਸਕਦਾ? ਕੀ ਕਿਸੇ ਨੂੰ ਨਾ ਕੀਤੀ ਜਾ ਸਕਦੀ ਹੈ ਕਿ ਤੈਨੂੰ ਇਸ ਆਧਾਰ ਦੇ ਉੱਤੇ ਮੈਂ ਆਪਣੀ ਮਰਜ਼ੀ ਨਾਲ ਆਪਣਾ ਬੇਸਮੈਂਟ ਜਿਹੜੀ ਆਪਣੀ ਬੇਸਮੈਂਟ ਆ ਉਹ ਕਿਰਾਏ 'ਤੇ ਦੇਣੀ ਆ? ਇਹਦੇ ਬਾਰੇ ਕਾਨੂੰਨ ਕੀ ਕਹਿੰਦਾ ਆ? ਮਾਮਲਾ ਅੰਟੈਰੀਓ ਦਾ ਆ। ਅੰਟੈਰੀਓ ਦੇ ਵਿੱਚ ਇੱਕ ਘਰ ਦੇ ਵਿੱਚ 3 ਬੈਡਰੂਮ ਸੀ, ਪਰ ਮਾਲਕ ਮਕਾਨ ਨੇ ਉਹਦੇ 3 ਦੇ 7 ਬੈਡਰੂਮ ਬਣਾ ਕੇ ਤੇ ਕਿੰਨੇ ਬੰਦਿਆਂ ਨੂੰ ਕਿਰਾਏ 'ਤੇ ਦਿੱਤਾ ਸੀ, ਜਿਹੜਾ ਕਿ ਬਾਅਦ ਦੇ ਵਿੱਚ ਉਹਨਾਂ ਦਾ ਆਪਸ ਦੇ ਵਿੱਚ ਰੌਲਾ ਰੱਪਾ ਪਿਆ ਆ। ਤੇ ਉਹ ਇੰਟਰਨੈਸ਼ਨਲ ਸਟੂਡੈਂਟ ਨੇ ਅੱਜ ਅਖਬਾਰਾਂ ਦੇ ਵਿੱਚ ਉਹ ਆਪਣਾ ਦੁੱਖ ਦੱਸਿਆ ਆ ਕਿ $525 ਦੇ ਵਿੱਚ ਇੱਕ ਬੈਡਰੂਮ ਦੀ ਗੱਲ ਹੋਈ ਸੀ, ਪਰ ਉਹ 3 ਦੇ 7 ਬਣਾਏ ਆ, ਤੇ ਜਿੱਥੇ ਕਾਕਰੋਚ ਵੀ ਆ ਤੇ ਜਿੱਥੇ ਚੂਹੇ ਵੀ ਆ। ਅਸੀਂ ਬ੍ਰਿਜਮੋਹਨ ਜੀ ਦੇ ਕੋਲ ਗੱਲਬਾਤ ਕਰਨ ਦੇ ਲਈ ਆਏ ਹਾਂ। ਬ੍ਰਿਜਮੋਹਨ ਜੀ, ਕਿਰਾਏ 'ਤੇ ਦੇਣ ਦਾ ਅਧਿਕਾਰ ਕਿਸੇ ਵਿਅਕਤੀ ਦੇ ਕੋਲ ਹੈਗਾ, ਉਹ ਕਿਸੇ ਨੂੰ ਵੀ ਰਿਜੈਕਟ ਕਰ ਸਕਦਾ ਜਾਂ ਕਿਸੇ ਨੂੰ ਵੀ ਰੱਖ ਸਕਦਾ? ਇਟ ਆਲ ਡਿਪੈਂਡਸ ਜੀ। ਜੇ ਸਪੋਜ਼ ਕਰੋ ਤੁਸੀਂ ਇਹ ਕਹਿੰਦੇ ਹੋ ਕਿ ਵੀ ਮੈਂ ਕਿਸੇ ਵੀ ਪੰਜਾਬੀ ਨੂੰ ਜਾਂ ਮੈਂ ਕਿਸੇ ਵੀ ਮੁਸਲਮਾਨ ਨੂੰ ਜਾਂ ਕਿਸੇ ਵੀ ਈਸਾਈ ਨੂੰ ਮੈਂ ਕਿਰਾਏ 'ਤੇ ਨਹੀਂ ਦੇਣਾ, ਤਾਂ ਤੁਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਕਰ ਸਕਦੇ। ਜੇ ਤੁਹਾਨੂੰ ਜੇ ਤੁਸੀਂ ਚਾਹੋ, ਜੇ ਕੋਈ ਬੰਦਾ ਆਪਣੇ ਘਰ 'ਚ ਕੋਈ ਪੈਟ ਰੱਖਣਾ ਚਾਹੁੰਦਾ, ਕੁੱਤਾ ਰੱਖਣਾ ਚਾਹੁੰਦਾ, ਬਿੱਲੀ ਰੱਖਣਾ ਚਾਹੁੰਦਾ, ਜੇ ਕੋਈ ਇਹੋ ਜਿਹੀ ਗੱਲਬਾਤ ਹੈ ਤਾਂ ਤੁਸੀਂ ਡੈਫੀਨੇਟਲੀ, ਜੇ ਤੁਸੀਂ ਨਹੀਂ ਪਸੰਦ ਕਰਦੇ ਪੈਟਸ ਨੂੰ, ਤਾਂ ਤੁਸੀਂ ਜਵਾਬ ਦੇ ਸਕਦੇ ਹੋ। ਸੋ ਇਟ ਆਲ ਡਿਪੈਂਡਸ ਕਿ ਵੀ ਤੁਸੀਂ ਆਪਣੀ ਪ੍ਰੋਪਰਟੀ ਨੂੰ ਕਿਸ ਤਰੀਕੇ ਨਾਲ ਕਿਹੜੇ ਬੰਦੇ ਨੂੰ ਰੈਂਟ 'ਤੇ ਦੇਣਾ ਚਾਹੁੰਦੇ ਹੋ। ਮੋਸਟ ਆਫ ਦਾ ਟਾਈਮ ਲੈਂਡਲੌਰਡਸ ਹਮੇਸ਼ਾ ਰੈਫਰੈਂਸ ਚੈੱਕ ਕਰਦੇ ਆ। ਰੈਫਰੈਂਸ ਚੈੱਕ ਕਰਨ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਨੂੰ ਪਤਾ ਲੱਗ ਜਾਏ ਵੀ ਇਹ ਬੰਦੇ ਦਾ ਪਿਛੋਕੜ ਕਿਸ ਤਰ੍ਹਾਂ ਦਾ, ਵੀ ਇਹ ਪਹਿਲੇ ਜਿਹੜੇ ਜਗ੍ਹਾ ਰਹਿ ਕੇ ਆਇਆ ਉਹਨਾਂ ਨੂੰ ਰੈਂਟ ਟਾਈਮ ਸਿਰ ਦਿੰਦਾ ਸੀ ਕਿ ਨਹੀਂ ਦਿੰਦਾ ਸੀਗਾ। ਕਈ ਸੋ ਇਸ ਤਰ੍ਹਾਂ ਦਾ ਅਗਰ ਤੁਹਾਡਾ ਰੈਫਰੈਂਸ ਚੈੱਕ ਨਹੀਂ ਠੀਕ ਹੈਗਾ ਤਾਂ ਤੁਹਾਨੂੰ ਲੈਂਡਲੌਰਡ ਆਪਣੇ ਮਕਾਨ ਜਾਂ ਤੁਹਾਡਾ ਫਲੈਟ ਜਾਂ ਅਪਾਰਟਮੈਂਟ ਜੋ ਵੀ ਆ ਉਹਨੂੰ ਦੇਣ ਤੋਂ ਇਨਕਾਰ ਕਰ ਸਕਦਾ ਜੀ। ਕੀ ਇਹ ਕਹਿ ਕੇ ਕਿਸੇ ਨੂੰ ਮਨਾ ਕੀਤਾ ਜਾ ਸਕਦਾ ਵੀ ਕਿਉਂਕਿ ਇਹ ਇੰਟਰਨੈਸ਼ਨਲ ਸਟੂਡੈਂਟ ਆ ਤੇ ਇਹਨੂੰ ਅਸੀਂ ਰੈਂਟ 'ਤੇ ਨਹੀਂ ਦੇਣਾ? ਨਹੀਂ ਜੀ, ਬਿਲਕੁਲ ਨਹੀਂ। ਤੁਸੀਂ ਕਿਸੇ ਵੀ ਸਮੂਹ ਬਾਰੇ, ਕਿਸੇ ਵੀ ਗਰੁੱਪ ਬਾਰੇ ਉਹਨਾਂ ਨੂੰ ਸਿਰਫ ਤਕਮਾ ਲਾ ਕੇ ਇੱਕ ਵੀ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ। ਜਿੱਥੇ ਤੱਕ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲਬਾਤ ਹੈ ਜੀ, ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਵੀ ਪਿਛਲੇ 4 ਸਾਲਾਂ 'ਚ ਜਿੰਨਾ ਇਹਨਾਂ ਨੇ ਕੈਨੇਡਾ ਦੀ ਸੇਵਾ ਕੀਤੀ ਹੈ ਉਨੀ ਕਿਸੇ ਨੇ ਨਹੀਂ ਕੀਤੀ। ਇਹਨਾਂ ਦੇ ਸਿਰ 'ਤੇ ਹੀ ਕੈਨੇਡਾ ਦੀ ਇਕੋਨਮੀ ਚੱਲਦੀ ਰਹੀ ਹੈ, ਚਾਹੇ ਹੋਟਲਾਂ ਦਾ ਕੰਮ ਸੀ, ਚਾਹੇ ਰੈਸਟੋਰੈਂਟਸ ਦਾ ਕੰਮ ਸੀਗਾ, ਚਾਹੇ ਕੋਈ ਵੀ ਸੀਗਾ। ਸੋ ਇਹਨਾਂ ਨੇ ਇੱਕ ਬਹੁਤ ਬੜਾ ਯੋਗਦਾਨ ਪਾਇਆ। ਇਹਨਾਂ ਦੇ ਅਗੇਂਸਟ ਕਿਸੇ ਵੀ ਤਰ੍ਹਾਂ ਦਾ ਜਿਹੜਾ ਡਿਸਕ੍ਰਿਮੀਨੇਸ਼ਨ ਕਰਨੀ ਆ ਉਹ ਬਹੁਤ ਹੀ ਮਾੜੀ ਚੀਜ਼ ਹੈ ਜੀ। ਤੇ ਜੇ ਕੋਈ ਬੰਦਾ ਇਹ ਗੱਲ ਸਿੱਧ ਕਰ ਦੇਵੇ ਵੀ ਇਹ ਬੰਦਾ ਮੈਨੂੰ ਇਸ ਕਰਕੇ ਕਿਰਾਏ 'ਤੇ ਨਹੀਂ ਦੇ ਰਿਹਾ ਬੇਸਮੈਂਟ ਕਿਉਂਕਿ ਮੈਂ ਇੰਟਰਨੈਸ਼ਨਲ ਸਟੂਡੈਂਟ ਆ, ਉਹਦੇ ਖਿਲਾਫ ਕਾਰਵਾਈ ਹੋ ਸਕਦੀ? ਡੈਫੀਨੇਟਲੀ ਹੋ ਸਕਦੀ ਹੈ ਜੀ। ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਿਸੇ ਸਪੈਸੀਫਿਕ ਗਰੁੱਪ, ਕਿਸੇ ਸਪੈਸੀਫਿਕ ਕਮਿਊਨਿਟੀ ਤੁਸੀਂ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰ ਸਕਦੇ। ਸੋ ਜੇ ਤੁਸੀਂ ਕਰਦੇ ਹੋ ਤਾਂ ਇਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ, ਤੇ ਤੁਸੀਂ ਡੈਫੀਨੇਟਲੀ ਹਿਊਮਨ ਰਾਈਟਸ ਦੇ ਅਗੇਂਸਟ ਵੀ ਤੁਸੀਂ ਕੰਪਲੇਂਟ ਕਰ ਸਕਦੇ ਹੋ ਜੀ। ਕਿਰਾਇਆ ਵਧਾਉਣਾ ਚਾਹੁੰਦਾ ਮਾਲਕ ਮਕਾਨ, ਉਹ ਮਰਜ਼ੀ ਨਾਲ ਕਿਰਾਇਆ ਵਧਾ ਸਕਦਾ? ਇਟ ਡਿਪੈਂਡਸ ਜੀ। ਵੀ ਜਿਵੇਂ ਕੈਨੇਡਾ ਦੇ ਅਲੱਗ-ਅਲੱਗ ਸੂਬਿਆਂ 'ਚ ਆਪਣੇ ਪ੍ਰੋਵਿੰਸ਼ੀਅਲ ਰੈਗੂਲੇਸ਼ਨਸ ਹੈਗੇ ਆ ਰੈਜ਼ੀਡੈਂਸ਼ੀਅਲ ਟੈਨੈਂਸੀਜ਼ ਬਾਰੇ। ਸੋ ਇਹ ਪ੍ਰੋਵਿੰਸ 'ਤੇ ਡਿਪੈਂਡ ਕਰਦਾ। ਹੁਣ ਜਿਵੇਂ BC 'ਚ ਤੁਸੀਂ ਕਿਰਾਇਆ ਵਧਾ ਸਕਦੇ ਹੋ, ਸਾਲ 'ਚ ਇੱਕ ਵਾਰ ਕਿੰਨਾ ਵਧਾ ਸਕਦੇ ਹੋ, ਉਹ ਐਵਰੀ ਈਅਰ ਗੌਰਮੈਂਟ ਡਿਸਾਈਡ ਕਰਦੀ ਹੈ ਵੀ ਕਿੰਨੇ % ਤੁਸੀਂ ਵਧਾ ਸਕਦੇ ਹੋ। ਮਕਾਨ ਮਾਲਕਾਂ ਦੀਆਂ ਆਪਣੀਆਂ ਪ੍ਰੋਬਲਮਸ ਹੈ, ਕਿਰਾਏਦਾਰਾਂ ਦੀਆਂ ਆਪਣੀਆਂ। ਕਾਨੂੰਨ ਦਾ ਪੂਰਾ ਕੋਰਟ ਕਚਹਿਰੀਆਂ ਦਾ ਜ਼ੋਰ ਲੱਗਿਆ ਹੁੰਦਾ ਹੈ ਕਿ ਵੀ ਇਹਨਾਂ ਦੋਨਾਂ ਦੇ ਵਿੱਚ ਸੰਤੁਲਨ ਬਣਾਇਆ ਜਾ ਸਕੇ, ਬੈਲੈਂਸ ਕੀਤਾ ਜਾਵੇ, ਤਾਂ ਕਿ ਮਕਾਨ ਮਾਲਕ ਆਪਣੀ ਕਿਸ਼ਤ ਟਾਈਮ ਸਿਰ ਦੇ ਸਕਣ, ਤਾਂ ਕਿਰਾਏਦਾਰ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਆਨੰਦਮਈ ਮਾਹੌਲ ਨਾਲ ਪੀਸਫੁਲ ਪੋਜੈਸ਼ਨ ਆਪਣਾ ਉਹਦੇ 'ਚ ਬਿਤਾ ਸਕਣ ਜੀ। ਕਿਰਾਏਦਾਰ ਸਾਰਾ ਕੁਝ ਟਾਈਮ 'ਤੇ ਕਰੀ ਜਾਂਦਾ, ਸਾਰਾ ਕੁਝ ਪ੍ਰੋਪਰ ਆ, ਪਰ ਮਾਲਕ ਮਕਾਨ ਨੂੰ ਇਹ ਲੱਗਦਾ ਕਿ ਬਾਹਰ ਦੂਜਾ ਬੰਦਾ ਮੈਨੂੰ $1500 ਦੀ ਬਜਾਏ 2000 ਰੈਂਟ ਦੇਣ ਨੂੰ ਤਿਆਰ ਆ, ਉਹ ਆਪਣੀ ਮਰਜ਼ੀ ਨਾਲ ਉਹਨੂੰ ਕੱਢ ਸਕਦਾ? ਇਟ ਡਿਪੈਂਡਸ ਕਿ ਵੀ ਜੀ ਉਹਨਾਂ ਦੀ ਜਿਹੜੀ ਲੀਜ਼ ਐਗਰੀਮੈਂਟ ਹੈ ਉਹ ਮੰਥ ਟੂ ਮੰਥ ਹੈ ਜਾਂ ਉਹ ਫਿਕਸਡ ਪੀਰੀਅਡ ਆਫ ਟਾਈਮ ਹੈ, ਜੇ ਸਾਲ ਲਈ ਜਾਂ 2 ਸਾਲ ਲਈ ਹੈ। ਸੋ ਜੇ ਸਪੋਜ਼ ਕਰੋ ਤੁਹਾਡੀ ਲੀਜ਼ ਸਾਲ 2 ਸਾਲ ਲਈ ਹੈ ਤਾਂ
ਉਹਦੇ ਲਈ ਤੁਹਾਨੂੰ ਮਕਾਨ ਮਾਲਕ ਨੂੰ ਕੱਢਣਾ ਬਹੁਤ ਔਖਾ ਹੋ ਜਾਊਗਾ। ਪਰ ਜੇ ਮੰਥ ਟੂ ਮੰਥ ਹੈ ਤਾਂ ਮਕਾਨ ਮਾਲਕ ਲਈ ਸੌਖਾ ਹੁੰਦਾ ਹੈ। ਸੋ ਇਹ ਡਿਪੈਂਡ ਕਰਦਾ ਵੀ ਮਕਾਨ ਮਾਲਕ ਦਾ ਮਕਸਦ ਕੀ ਹੈ। ਕੀ ਤੁਸੀਂ ਟਾਈਮ ਸਿਰ ਰੈਂਟ ਨਹੀਂ ਦਿੰਦੇ? ਜੇ ਤੁਸੀਂ ਟਾਈਮ ਸਿਰ ਰੈਂਟ ਨਹੀਂ ਦਿੰਦੇ ਤਾਂ ਡੈਫੀਨੇਟਲੀ ਤੁਹਾਨੂੰ ਇਵਿਕਟ ਕੀਤਾ ਜਾ ਸਕਦਾ। ਜਾਂ ਤੁਸੀਂ ਕੋਈ ਪ੍ਰੋਪਰਟੀ ਦੀ ਤੋੜ ਭੰਨ ਕਰਦੇ ਹੋ, ਜਾਂ ਕੋਈ ਗੈਰ ਕਾਨੂੰਨੀ ਧੰਦਾ ਕਰਦੇ ਹੋ, ਤੁਸੀਂ ਪ੍ਰੋਸਟੀਟਿਊਸ਼ਨ ਦਾ ਕੰਮ ਸ਼ੁਰੂ ਕਰ ਦਿੰਦੇ ਹੋ, ਡਰੱਗਸ ਵੇਚਣੀਆਂ ਸ਼ੁਰੂ ਕਰ ਦਿੰਦੇ ਹੋ, ਤੁਹਾਡੇ ਘਰੇ ਲੋਕੀ ਘੰਟੇ ਬਾਅਦ ਹਾਰਨ ਮਾਰ ਕੇ ਆ ਰਹੇ ਆ। ਸੋ ਜੇ ਇਹੋ ਜਿਹੀਆਂ ਗੱਲਾਂ ਬਾਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਦੇ ਹੋ ਕਾਨੂੰਨ ਦੀ, ਤਾਂ ਜਿਹੜਾ ਲੈਂਡਲੋਰਡ ਆ ਤੁਹਾਨੂੰ ਕੋਰਟ ਕਚਹਿਰੀ 'ਚ ਜਾ ਕੇ ਤੁਹਾਨੂੰ ਇਵਿਕਸ਼ਨ ਨੋਟਿਸ ਲੈ ਸਕਦਾ। ਅਤੇ ਜੇ ਉਸ ਤੋਂ ਬਾਅਦ ਵੀ ਤੁਸੀਂ ਜੇ ਨਹੀਂ ਨਿਕਲਦੇ ਤਾਂ ਤੁਹਾਨੂੰ ਟ੍ਰੈਸਪਾਸਰ ਹੋਣ ਦੇ ਨਾਤੇ ਤੁਹਾਨੂੰ ਇਵਿਕਟ ਕੀਤਾ ਜਾ ਸਕਦਾ ਹੈ। ਇੱਕ ਬੰਦੇ ਨੇ ਇੱਕ ਆਪਣਾ ਰੂਮ ਜਿਹੜਾ 2 ਬੰਦਿਆਂ ਨੂੰ ਬੈੱਡਰੂਮ ਰੈਂਟ ਦੇ ਉੱਤੇ ਦਿੱਤਾ, ਉਹਦੇ ਵਿੱਚ ਆ ਕੇ 10 ਜਣੇ ਰਹਿ ਰਹੇ ਆ ਜਾਂ 6 ਜਣੇ ਰਹਿ ਰਹੇ ਆ, ਇਹਦੇ ਲਈ ਮਕਾਨ ਮਾਲਕ ਕੁਝ ਕਰ ਸਕਦਾ? ਬਿਲਕੁਲ ਕਰ ਸਕਦਾ ਜੀ। ਜਦ ਆਪਾਂ ਕੋਈ ਵੀ ਚਾਹੇ ਰੈਂਟਲ ਦੀ ਗੱਲਬਾਤ ਹੋਵੇ, ਕਿਸੇ ਵੀ ਤਰ੍ਹਾਂ ਦਾ ਜਿਹੜਾ ਇਕਰਾਰਨਾਮਾ, ਚਾਹੇ ਉਹ ਲਿਖ ਕੇ ਹੋਵੇ ਚਾਹੇ ਮੂੰਹ ਜ਼ਬਾਨੀ ਹੋਵੇ, ਜੇ ਲੈਂਡਲੋਰਡ ਨੇ 2 ਬੰਦਿਆਂ ਨੂੰ ਦਿੱਤਾ ਸੀਗਾ ਤਾਂ ਉੱਥੇ 10 ਬੰਦੇ ਆ ਬੜੇ ਆ, ਤਾਂ ਇਹਦਾ ਮਤਲਬ ਹੈ ਵੀ ਉਹ ਇਕਰਾਰਨਾਮੇ ਦੀ ਉਲੰਘਣਾ, ਤਾਂ ਉਹ ਡੈਫੀਨੇਟਲੀ ਉਹਨਾਂ ਦੇ ਅਗੇਂਸਟ ਐਕਸ਼ਨ ਲੈ ਸਕਦਾ, ਉਹਨਾਂ ਨੂੰ ਇਵਿਕਟ ਕਰ ਸਕਦਾ ਜੀ। ਇਹ ਦੇਖਣ ਲਈ ਵੀ ਅੰਦਰ 2 ਰਹਿ ਰਹੇ ਆ ਜਾਂ 5 ਜਣੇ ਰਹਿ ਰਹੇ ਆ, ਉਹ ਅੰਦਰ ਜਾ ਕੇ ਚੈੱਕ ਕਰ ਸਕਦਾ ਮਾਲਕ ਮਕਾਨ? ਮਕਾਨ ਮਾਲਕ ਕਿਰਾਏਦਾਰ ਦੇ ਥਾਂ 'ਤੇ, ਚਾਹੇ ਉਹ ਬੇਸਮੈਂਟ ਹੈ ਚਾਹੇ ਉਹ ਅਪਾਰਟਮੈਂਟ ਹੈ, ਉਹਦੇ 'ਚ ਐਂਟਰ ਕਰਨ ਲਈ ਉਹਦੇ ਕੋਲ ਰੀਜ਼ਨ ਹੋਣਾ ਚਾਹੀਦਾ। ਫੋਰ ਐਗਜ਼ਾਮਪਲ, ਕਈ ਲੀਜ਼ਸ ਵਿੱਚ ਲਿਖਿਆ ਹੁੰਦਾ ਕਿ ਵੀ ਮਕਾਨ ਮਾਲਕ ਮਹੀਨੇ 'ਚ ਇੱਕ ਵਾਰ ਆਪਣੀ ਪ੍ਰੋਪਰਟੀ ਨੂੰ ਚੈੱਕ ਕਰਨ ਲਈ ਕਿ ਵੀ ਉਹ ਠੀਕ ਹਾਲਤ 'ਚ ਹੈਗੀ ਕਿ ਨਹੀਂ ਹੈਗੀ, ਉਹ ਟੈਨੈਂਟ ਨੂੰ 24 ਘੰਟੇ ਦਾ ਨੋਟਿਸ ਦੇ ਕੇ ਐਂਟਰ ਕਰ ਸਕਦਾ। ਜਾਂ ਬਗੈਰ ਨੋਟਿਸ ਤੋਂ ਵੀ ਐਂਟਰ ਕਰ ਸਕਦਾ। ਸਪੋਜ਼ ਕਰੋ ਵੀ ਕੋਈ ਐਮਰਜੈਂਸੀ ਹੋ ਗਈ, ਕੋਈ ਪਾਈਪ ਫਟ ਗਈ ਹੈ ਜਾਂ ਕੋਈ ਫਲੱਡਿੰਗ ਹੋ ਗਈ ਹੈ। ਪਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ, ਲੈਂਡਲੋਰਡ ਆਪਣੀ ਪ੍ਰੋਪਰਟੀ ਦੀ ਲੁੱਕ ਆਫਟਰ ਕਰਨ ਲਈ ਪ੍ਰੋਪਰਟੀ 'ਚ ਐਂਟਰ ਕਰ ਸਕਦਾ, ਪ੍ਰੋਵਾਈਡਡ ਵੀ ਉਹ ਰੀਜ਼ਨੇਬਲ ਨੋਟਿਸ ਦੇਵੇ। ਜੇ ਤਸਵੀਰ ਦਾ ਦੂਜਾ ਪਾਸਾ ਦੇਖੀਏ, ਇੱਕ ਬੈੱਡਰੂਮ 2 ਜਣਿਆਂ ਲਈ ਠੀਕ ਆ, ਪਰ ਜਿਹੜਾ ਲੈਂਡਲੋਰਡ ਆ ਉਹ 5 ਜਣਿਆਂ ਨੂੰ ਉਹ ਰੈਂਟ 'ਤੇ ਦੇ ਦਿੰਦਾ, ਉਹਨਾਂ ਤੋਂ ਇਕੱਲੇ ਕੋਲੋਂ ਰੈਂਟ ਲਈ ਜਾਂਦਾ। ਕੀ ਇਹ ਲੀਗਲ? ਜਦ ਆਪਾਂ ਗੱਲ ਲੀਗੈਲਿਟੀ ਦੀ ਕਰੀਦੀ ਹੈ, ਆਪਾਂ ਸਿਰਫ ਇਹ ਨਹੀਂ ਸੋਚਣਾ ਕਿ ਵੀ ਉਹ ਕੀ ਉਲੰਘਣਾ ਕਰ ਰਿਹਾ ਹੈ। ਉਹ ਕਈ ਚੀਜ਼ਾਂ ਦੀ ਉਲੰਘਣਾ ਕਰ ਸਕਦਾ, ਠੀਕ ਹੈ ਜੀ। ਉਹ ਬਿਲਡਿੰਗ ਕੋਡ ਦੀ ਉਲੰਘਣਾ ਕਰ ਸਕਦਾ, ਉਹ ਜਿਹੜਾ ਫਾਇਰ ਐਂਡ ਸੇਫਟੀ ਆ ਉਹਦੀ ਉਲੰਘਣਾ ਕਰ ਸਕਦਾ, ਉਹ ਹੈਲਥ ਦੀ ਕਰ ਸਕਦਾ। ਫੋਰ ਐਗਜ਼ਾਮਪਲ, ਜਦ ਤੁਸੀਂ ਜਿੰਨੇ ਕੁ ਬੰਦੇ ਘਰ 'ਚ ਰਹਿਣੇ ਚਾਹੀਦੇ ਆ, ਜੋ ਉਸ ਤੋਂ ਵੱਧ ਤਾਦਾਦ 'ਚ ਰਹਿੰਦੇ ਆ, ਅਤੇ ਘਰ ਨੂੰ ਕੁਛ ਕੱਲ੍ਹ ਨੂੰ ਗੱਲਬਾਤ ਰੱਬ ਨਾ ਕਰੇ ਘਰ ਨੂੰ ਅੱਗ ਲੱਗ ਜਾਵੇ, ਤਾਂ ਜਿਹੜੀ ਤੁਹਾਡੀ ਘਰ ਦੀ ਇੰਸ਼ੋਰੈਂਸ ਹੈ ਉਹ ਵੀ ਤੁਹਾਨੂੰ ਕਵਰ ਨਹੀਂ ਕਰਦੀ। ਸੋ ਅੱਜ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਕਿ ਵੀ ਇੱਕ ਘਰ 'ਚ ਜਿੰਨੇ ਬੰਦੇ ਰਹਿਣੇ ਚਾਹੀਦੇ ਆ ਉੱਤੋਂ ਕਿਤੇ ਜ਼ਿਆਦਾ ਰਹਿ ਰਹੇ ਆ, ਕਾਕਰੋਚਿਸ ਆ ਉੱਥੇ, ਚੂਹੇ ਤੁਰੇ ਫਿਰ ਰਹੇ ਆ। ਸੋ ਇਹੋ ਜਿਹੇ ਕੇਸਿਸ ਵਿੱਚ ਇਹ ਇੱਕ ਬਹੁਤ ਹੀ ਹੈਲਥ ਦਾ ਬਹੁਤ ਬੜਾ ਇਸ਼ੂ ਬਣ ਸਕਦਾ ਹੈ, ਫਾਇਰ ਦਾ ਬਹੁਤ ਬੜਾ ਇਸ਼ੂ ਬਣ ਸਕਦਾ ਹੈ। ਅਤੇ ਇਸ ਕੇਸ ਵਿੱਚ ਜੇ ਲੈਂਡਲੋਰਡ ਦੀ ਕੰਪਲੇਂਟ ਕੀਤੀ ਜਾਵੇ, ਅਤੇ ਜੇ ਲੈਂਡਲੋਰਡ ਇਨ ਵਾਇਲੇਸ਼ਨ ਆਫ ਉਹਨਾਂ ਕੋਡਸ ਦਾ ਹੋਵੇ, ਤਾਂ ਅਪ ਟੂ $50,000 ਮੈਂ ਦੇਖਿਆ ਜੀ, ਲੱਖ ਡਾਲਰ ਲੋਕਾਂ ਨੂੰ ਜੁਰਮਾਨਾ ਹੁੰਦੇ ਦੇਖਿਆ ਜੀ। ਤੇ ਜੇ ਜਿਹੜਾ ਟੈਨੈਂਟ ਆ ਉਹ ਅੜ ਜਾਵੇ ਵੀ ਮੈਂ ਬਾਹਰ ਨਹੀਂ ਜਾਣਾ ਇੱਥੋਂ, ਤੁਸੀਂ ਕਾਰਵਾਈ ਕਰੋ, ਤੇ ਫਿਰ ਉਹਨੂੰ ਲੈਂਡਲੋਰਡ ਜਿਹੜਾ ਮਾਲਕ ਮਕਾਨ ਆ ਉਹਨੂੰ ਵਕੀਲ ਕਰਨਾ ਪਊਗਾ, ਅਤੇ ਫਿਰ ਉਹ ਸਾਰਾ ਕੁਝ ਕਹਿੰਦੇ ਬੜਾ ਲੰਬਾ ਪ੍ਰੋਸੈਸ ਹੁੰਦਾ। ਹਾਂਜੀ, ਲੰਬਾ ਹੋ ਸਕਦਾ ਜੇ ਲੈਂਡਲੋਰਡ ਨੂੰ ਨਹੀਂ ਪਤਾ ਕੀ ਕਰਨਾ। ਆਮ ਤੌਰ 'ਤੇ ਹਰ ਇੱਕ ਸੂਬੇ ਵਿੱਚ, ਕੈਨੇਡਾ ਵਿੱਚ ਆਪਣੀ ਰੈਜ਼ੀਡੈਂਸ਼ੀਅਲ ਟੈਨੈਂਸੀਜ਼ ਬੋਰਡਸ ਹੈਗੇ ਆ, ਉਹ ਆਮ ਤੌਰ 'ਤੇ ਉਹਨਾਂ ਦੋਨਾਂ ਦਾ ਆਪਸ 'ਚ ਮੀਡੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਕੋਰਟ ਕਚਹਿਰੀ 'ਚ ਨਾ ਜਾਣਾ ਪਵੇ। ਪਰ ਜੇ ਤੁਸੀਂ ਕੋਰਟ ਕਚਹਿਰੀ 'ਚ ਜਾਂਦੇ ਹੋ, ਜੇ ਤੁਸੀਂ ਪ੍ਰੋਪਰ ਨੋਟਿਸ ਵਗੈਰਾ ਦਿੱਤੇ ਹੋਏ ਆ, ਤਾਂ ਤੁਸੀਂ ਡੈਫੀਨੇਟਲੀ ਟੈਨੈਂਟ ਨੂੰ ਇਵਿਕਟ ਕਰ ਸਕਦੇ ਹੋ। ਪਰ ਇਹ ਨਹੀਂ ਕਿ ਵੀ ਤੁਸੀਂ ਇੰਡੀਆ ਵਾਲਾ ਕੰਮ ਕੀਤਾ ਵੀ ਅੱਜ ਮੈਂ ਸ਼ਾਮ ਨੂੰ ਕਬਜ਼ਾ ਲੈਣਾ ਅਤੇ ਚੱਕ ਕੇ ਉਹਦਾ ਸਮਾਨ ਭਗਾ ਕੇ ਮਾਰੋ। ਇਫ ਯੂ ਡੂ ਦੈਟ ਤਾਂ ਤੁਹਾਨੂੰ ਕਾਫੀ ਮਹਿੰਗਾ ਪੈ ਸਕਦਾ। ਪਰ ਆਪਣੇ ਕੈਨੇਡਾ ਵਿੱਚ ਹਰ ਇੱਕ ਚੀਜ਼ ਦਾ ਕਾਇਦਾ ਕਾਨੂੰਨ ਆ। ਸੋ ਜੇ ਤੁਸੀਂ ਆਪਣੇ ਟੈਨੈਂਟ ਨੂੰ ਇਵਿਕਟ ਕਰਨਾ ਚਾਹੁੰਦੇ ਹੋ ਤਾਂ ਯੂ ਨੀਡ ਟੂ ਹੈਵ ਅ ਗੁੱਡ ਰੀਜ਼ਨ। ਅਗੇਨ ਡਿਪੈਂਡਸ ਕਿ ਵੀ ਤੁਹਾਡੀ ਮੰਥ ਟੂ ਮੰਥ ਲੀਜ਼ ਆ ਜਾਂ ਲੌਂਗ ਟਰਮ ਲੀਜ਼ ਆ, ਪ੍ਰੋਪਰ ਲੀਜ਼ ਲਿਖੀ ਆ ਕਿ ਨਹੀਂ ਲਿਖੀ। ਸੇਮ ਥਿੰਗ ਜੇ ਟੈਨੈਂਟ ਨੂੰ ਲੈਂਡਲੋਰਡ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਟੈਨੈਂਟ ਦੇ ਆਪਣੇ ਹੱਕ ਹੈ। ਫੋਰ ਐਗਜ਼ਾਮਪਲ, ਜੇ ਟੈਨੈਂਟ ਨੂੰ ਕਿਸੇ ਤਰੀਕੇ ਨਾਲ ਦਿਮਾਗੀ ਪਰੇਸ਼ਾਨੀ 'ਚੋਂ ਗੁਜ਼ਰਨਾ ਪੈ ਰਿਹਾ, ਜਿਵੇਂ ਤੁਸੀਂ ਦੱਸਿਆ ਕਿ ਵੀ ਜਿਹੜੇ ਕਮਰੇ 'ਚੋਂ ਸੌਂਦੇ ਆ ਉੱਥੇ ਕਾਕਰੋਚ ਤੁਰੇ ਫਿਰਦੇ ਆ, ਉੱਥੇ ਚੂਹੇ ਤੁਰੇ ਫਿਰਦੇ ਆ, ਅਤੇ ਜੇ ਇਸ ਤਰੀਕੇ ਨਾਲ ਟੈਨੈਂਟ ਨੂੰ ਵਾਕਈ ਹੀ ਮਨੋਵਿਗਿਆਨਿਕ ਤੌਰ 'ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਜੇ ਉਹ ਡਾਕਟਰ ਕੋਲ ਜਾਂਦਾ, ਇਲਾਜ ਵਗੈਰਾ ਕਰਵਾਉਂਦਾ, ਤਾਂ ਉਹ ਆਪਣਾ ਜਿਹੜਾ ਹੈਗਾ ਪੇਨ ਐਂਡ ਸਫਰਿੰਗ ਦਾ ਕਲੇਮ ਵੀ ਪਾ ਸਕਦਾ, ਲੈਟ ਅਲੋਨ ਕਿ ਵੀ ਜਿਹੜਾ ਉਹਨੂੰ ਹੋਰ ਪਰੇਸ਼ਾਨੀਆਂ ਹੋਈਆਂ ਜੀ।
ਤੇ ਇਸ ਮਾਮਲੇ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਕੀਤਾ ਜਾਂਦਾ ਬਹੁਤ ਵਾਰੀ, ਕਈ ਲੋਕ ਕਰਦੇ ਆ ਕਈ ਲੋਕ ਨਹੀਂ ਕਰਦੇ, ਉਹਦਾ ਕੋਈ ਫਾਇਦਾ ਹੁੰਦਾ? ਕਈ ਕਹਿੰਦੇ ਕਾਗਜ਼ ਹੀ ਆ ਜੀ, ਸਾਈਨ ਕਰ ਲਓ, ਜਦੋਂ ਕੋਰਟ 'ਚ ਜਾਣਾ ਫਿਰ ਰੌਲਾ ਤਾਂ ਬਰਾਬਰ ਦਾ ਹੀ ਪੈਂਦਾ। ਹਾਂ ਜੀ, ਉਹ ਪੁਰਾਣੇ ਜ਼ਮਾਨਿਆਂ 'ਚ ਤਾਂ ਜੀ ਆਪਣਾ ਜਿਹੜਾ ਮੁੱਛ ਦਾ ਬਾਲ ਸੀਗਾ ਉਹ ਰੱਖ ਕੇ ਲੋਕੀ ਕਹਿੰਦੇ ਸੀ ਵੀ ਆ ਮੇਰਾ ਮੁੱਛ ਦਾ ਬਾਲ ਹੈ ਤੇ ਇੰਨੇ ਮੈਨੂੰ ਪੈਸੇ ਉਧਾਰ ਦੇ ਦਿਓ ਤੇ ਜਿੱਦਣ ਮੇਰੇ ਕੋਲ ਹੋਏ ਮੈਂ ਆਪਣਾ ਤੁਹਾਨੂੰ ਆ ਕੇ ਕਰਜ਼ ਵਾਪਸ ਕਰ ਦੂੰਗਾ। ਪਰ ਹੁਣ ਅੱਜ ਕੱਲ੍ਹ ਦੇ ਜ਼ਮਾਨਿਆਂ 'ਚ ਜੇ ਤੁਹਾਡੇ ਕੋਲ ਲਿਖਤੀ ਕਾਰਵਾਈ ਨਹੀਂ ਵੀ ਹੈਗੀ ਹੈ, ਐਜ਼ ਲੌਂਗ ਐਜ਼ ਜਿਹੜਾ ਤੁਹਾਡਾ ਓਰਲ ਐਗਰੀਮੈਂਟ ਆ ਉਹ ਵੀ ਕੋਰਟ ਵਿੱਚ ਇਨਫੋਰਸ ਕੀਤਾ ਜਾ ਸਕਦਾ, ਪ੍ਰੋਵਾਈਡਡ ਕਿ ਵੀ ਤੁਹਾਡੇ ਕੋਲ ਪ੍ਰੋਪਰ ਨੋਟ ਟੇਕਿੰਗ ਹੋਵੇ, ਪ੍ਰੋਪਰ ਤੁਹਾਡੇ ਕੋਲ ਜੇ ਹੋ ਸਕਦਾ ਜੇ ਗਵਾਹ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਸੋ ਪਰ ਜੇ ਤੁਸੀਂ ਸਾਰਾ ਕੁਝ ਪ੍ਰੋਪਰ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਕਿ ਤੁਹਾਨੂੰ ਲੇਟਰ ਔਨ ਕੋਰਟ ਕਚਹਿਰੀਆਂ 'ਚ ਖੱਜਲ ਖਰਾਬ ਨਾ ਹੋਣਾ ਪਵੇ, ਤਾਂ ਵਧੀਆ ਤਰੀਕਾ ਤਾਂ ਇਹੀ ਹੈ ਵੀ ਆਪਣਾ ਜਿਹੜੇ ਵੀ ਤੁਸੀਂ ਸੂਬੇ 'ਚ ਰਹਿੰਦੇ ਹੋ, ਜਿਹੜੇ ਵੀ ਸ਼ਹਿਰ 'ਚ ਤੁਸੀਂ ਰਹਿੰਦੇ ਹੋ, ਉੱਥੇ ਜਿਹੜਾ ਵੀ ਤੁਹਾਨੂੰ ਵਕੀਲ ਜਾਣਦਾ ਉਹਨਾਂ ਨਾਲ ਜਾ ਕੇ ਤੁਸੀਂ ਆਪਣੀ ਗੱਲਬਾਤ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਸਹੀ ਰਾਹ 'ਤੇ ਪਾਇਆ ਜਾ ਸਕੇ, ਤਾਂ ਕਿ ਲੇਟਰ ਔਨ ਡਾਊਨ ਦਾ ਰੋਡ ਤੁਹਾਨੂੰ ਲੀਗਲ ਕੰਪਲੀਕੇਸ਼ਨਸ ਤੋਂ ਤੁਹਾਡਾ ਬਚਾਅ ਹੋ ਸਕੇ। ਆਖਰੀ ਸਵਾਲ, ਇੱਕ ਬੇਸਮੈਂਟ ਲੀਗਲ ਆ, ਇੱਕ ਬੇਸਮੈਂਟ ਇਲੀਗਲ ਆ, ਕੀ ਜਿਹੜੇ ਇਹ ਕਿਰਾਏਦਾਰ ਤੇ ਮਾਲਕ ਮਕਾਨ ਵਾਲਾ ਕਾਨੂੰਨ ਆ ਦੋਵਾਂ ਤੇ ਬਰਾਬਰ ਲਾਗੂ ਹੋਊਗਾ, ਜਾਂ ਜਿਹੜੀ ਇਲੀਗਲ ਬੇਸਮੈਂਟ ਆ ਉਹਦੇ ਤੇ ਕਾਨੂੰਨ ਹੀ ਨਹੀਂ ਲਾਗੂ ਹੁੰਦਾ? ਬੇਸਮੈਂਟ ਚਾਹੇ ਲੀਗਲ ਹੈ ਚਾਹੇ ਇਲੀਗਲ ਹੈ, ਜਿਹੜਾ ਟੈਨੈਂਸੀਜ਼ ਤੇ ਲਾਜ਼ ਹੈ ਉਹ ਦੋਨਾਂ ਤੇ ਲਾਗੂ ਹੁੰਦੇ ਆ। ਜਿਹੜੇ ਲੈਂਡਲੋਰਡ ਔਰ ਟੈਨੈਂਟ ਵਿੱਚ ਸੰਤੁਲਨ ਬਣਾਉਣ ਲਈ ਜਿਹੜੇ ਕਾਨੂੰਨ ਆ ਉਹ ਇਸ ਕਰਕੇ ਹੈ ਤਾਂ ਕਿ ਦੋਨਾਂ ਵਿੱਚ, ਕਿਉਂਕਿ ਦੋਨਾਂ ਦੇ ਆਪਣੇ ਇੰਟਰਸਟ ਵੱਖਰੋ ਵੱਖਰੇ ਹੈ। ਲੈਂਡਲੋਰਡ ਚਾਹੁੰਦਾ ਵੀ ਮੈਨੂੰ ਮੇਰਾ ਕਿਰਾਇਆ ਟਾਈਮ ਸਿਰ ਮਿਲੇ ਤਾਂ ਕਿ ਮੈਂ ਆਪਣੀ ਕਿਸ਼ਤ ਪੂਰੀ ਟਾਈਮ ਸਿਰ ਪੇ ਕਰ ਸਕਾਂ। ਟੈਨੈਂਟ ਚਾਹੁੰਦਾ ਕਿ ਵੀ ਮੈਨੂੰ ਸ਼ਾਂਤਮਈ ਮਾਹੌਲ ਮਿਲੇ ਤਾਂ ਕਿ ਮੈਂ ਆਪਣੀ ਜ਼ਿੰਦਗੀ ਸਕੂਨ ਨਾਲ ਬਤੀਤ ਕਰ ਸਕਾਂ। ਜਦ ਇਹਨਾਂ ਦੋਨਾਂ ਵਿੱਚ ਤਕਰਾਰ ਹੁੰਦਾ ਉਸ ਵੇਲੇ ਕੋਰਟ ਕਚਹਿਰੀਆਂ ਨੂੰ ਇੰਟਰਫੀਅਰ ਕਰਨਾ ਪੈਂਦਾ ਅਤੇ ਉਸ ਵੇਲੇ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਵੀ ਕੈਨੇਡਾ ਵਿੱਚ ਚਾਹੇ ਕੋਈ ਮੰਗਤਾ ਚਾਹੇ ਕੋਈ ਮੰਤਰੀ ਹੈ, ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਸੋ ਲੈਂਡਲੋਰਡ ਟੈਨੈਂਟ ਨੂੰ ਖਰਾਬ ਨਹੀਂ ਕਰ ਸਕਦਾ, ਟੈਨੈਂਟ ਲੈਂਡਲੋਰਡ ਨੂੰ ਨਹੀਂ ਖਰਾਬ ਕਰ ਸਕਦਾ। ਪਰ ਸਾਰਿਆਂ ਨਾਲੋਂ ਸਿਆਣੀ ਗੱਲ ਇਹ ਹੈ ਵੀ ਕਿਸੇ ਵੀ ਤਰ੍ਹਾਂ ਦਾ ਰਿਲੇਸ਼ਨਸ਼ਿਪ ਐਂਟਰ ਕਰਨ ਤੋਂ ਪਹਿਲਾਂ ਤੁਸੀਂ ਕੋਈ ਵੀ ਬੇਸਮੈਂਟ ਲੈਣ ਤੋਂ ਪਹਿਲਾਂ ਜਾਂ ਘਰ ਲੈਣ ਤੋਂ ਪਹਿਲਾਂ, ਅਪਾਰਟਮੈਂਟ ਲੈਣ ਤੋਂ ਪਹਿਲਾਂ ਜਿਹੜਾ ਵੀ ਤੁਹਾਨੂੰ ਲਾਇਰ ਜਾਣਦਾ ਉਹਦੇ ਨਾਲ ਤੁਸੀਂ ਜ਼ਰੂਰ 5-7-10 ਮਿੰਟ ਮਿਲ ਕੇ ਉਹਨਾਂ ਨਾਲ ਆਪਣੀ ਸਲਾਹ ਜ਼ਰੂਰ ਕਰ ਲਓ ਤਾਂ ਕਿ ਲੇਟਰ ਔਨ ਤੁਹਾਨੂੰ ਇਹਨਾਂ ਕਾਨੂੰਨੀ ਮੁਸ਼ਕਲਾਂ 'ਚ ਨਾ ਪੈਣਾ ਪਵੇ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਥੈਂਕ ਯੂ ਜੀ। ਦੋਸਤੋ, ਬ੍ਰਿਜਮੋਹਨ ਜੀ ਹੁਣਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਇਸ ਵਿਸ਼ੇ ਦੇ ਉੱਤੇ। ਕਦੇ ਵੀ ਟਾਈਮ ਨਹੀਂ ਹੁੰਦਾ ਕਿਸੇ ਦੇ ਕੋਲ ਵੀ ਜਾ ਕੇ ਆਹ ਗੱਲਾਂ ਕਿਸੇ ਵਕੀਲ, ਉਹ ਵੀ ਪ੍ਰਸਿੱਧ ਵਕੀਲ ਨਾਲ ਕੀਤੀਆਂ ਜਾ ਸਕਣ। ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਮੁੱਦਿਆਂ ਦੇ ਉੱਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜਿਹੜੀ ਕਿ ਆਥੈਂਟਿਕ ਹੁੰਦੀ ਆ। ਔਰ ਸਾਡੇ ਕੋਲੇ ਕਈ ਵਾਰੀ ਸੁਣੀਆਂ ਸੁਣਾਈਆਂ ਗੱਲਾਂ ਜ਼ਿਆਦਾ ਹੁੰਦੀਆਂ। ਅੰਟੈਰੀਓ ਦੇ ਇੱਕ ਸ਼ਹਿਰ ਦੇ ਵਿੱਚ ਰੌਲਾ ਪਿਆ, ਇੱਕ ਇੰਟਰਨੈਸ਼ਨਲ ਸਟੂਡੈਂਟ ਦਾ ਅਖਬਾਰਾਂ ਦੀ ਅੱਜ ਸੁਰਖੀ ਬਣੀ ਹੈ। ਇਸ ਮਾਮਲੇ ਦੇ ਵਿੱਚ ਅਸੀਂ ਗੱਲਬਾਤ ਕਰਨ ਦੇ ਲਈ ਇਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਕਿ ਤੁਹਾਨੂੰ ਇਸ ਮਾਮਲੇ ਦੇ ਵਿੱਚ ਕਿਰਾਏਦਾਰ ਤੇ ਜਿਹੜਾ ਮਕਾਨ ਮਾਲਕ ਆ ਉਹਦੇ ਆਪਸ 'ਤੇ ਕੀ ਹੱਕ ਨੇ ਉਹਦੇ ਸੰਬੰਧੀ ਜਾਣਕਾਰੀ ਦੇ ਸਕੀਏ। ਕੈਮਰਾਮੈਨ ਅਮਿਤ ਮਨੇਸਰ ਨਾਲ ਜਿਸ ਕਾਰਨ ਚੈਨਲ ਪੰਜਾਬੀ, ਸਰੀ।